क्योंकि हमारी ਅੱਜ ਜੋ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ MP ਆਏ ਆ, ਜਿਨ੍ਹਾਂ ਸਾ ਗੁਜਰਾਲ ਸਾਹਿਬ ਜਿਹੜੇ ਇੱਕ ਬੜੇ ਸੀਨੀਅਰ ਹੈ, ਬੜਾ ਫੈਮਿਲੀ ਆਜ਼ਾਦੀ ਘੁਲਾਟੀਆਂ ਦੀ ਹੈ। ਮੈਂ ਤੁਹਾਡੇ ਨਾਲ ਬਲਵਿੰਦਰ ਸਿੰਘ ਭੁੰਦਰ ਸਾਡੇ ਚੰਦੂ ਮਾਜਰਾ ਜੀ ਸਾਬਕਾ MP ਖੜੇ ਹੈ। ਸਾਡਾ ਸਾਰਿਆਂ ਦਾ ਜਿਹੜਾ ਆਉਣ ਦਾ ਜਦੋਂ ਸਾਨੂੰ ਪਤਾ ਲੱਗਿਆ, ਸਾਨੂੰ क्रिश्चियन भाईचारे के MP मिले और इनकी सोसाइटी के कुछ अच्छे लोग मिले, तब उन्होंने बताया कि हमारे साथ बड़ा जुल्म हुआ है। तब हम जहाँ आए देखने के लिए, जो हमने देखा है और जो इनसे पता किया है सारा, वो यही पता चलता है कि इन्होंने पास सारा रिकॉर्ड सी, कानूनी रिकॉर्ड होने के बावजूद उन्होंने एक नोटिस दिया। नोटिस वेले भी शरारत की कि वो सैचरडे को देता ताकि संडे कोर्ट ना जा सके। इसलिए बहुत दुख की बात है कि किसी भी धर्म को, हिंदुस्तान के सब धर्म को आज़ादी है, ये सेकुलर कंट्री है, और इस कंट्री में इस तरह जाति करना ये बहुत बड़ा जुल्म है। जिसके लिए, क्योंकि मिनॉरिटी का केस है, हम खुद मिनॉरिटी वाले हैं, इसलिए हम समझते हैं कि जो बहुत ज़्यादती हुई है, इसको द्वारा ठीक करना चाहिए, रिस्टोर करना चाहिए, और जो ज़्यादती है उसकी माफ़ी भी मांगनी चाहिए इनको। जो इन्होंने इनके धार्मिक जो ग्रंथ है उनको भी नुकसान पहुँचाया है, उसकी माफ़ी मांगनी चाहिए, और दोबारा इनको इनका हक़ है जो मिलना चाहिए। इसके लिए हम आए हैं। ये मिनॉरिटी का केस है, इसके लिए हमेशा हम मिनॉरिटी के साथ हैं, और इस देश में सेकुलर कंट्री होने करने अभी तक जो ये हो रहा है बहुत देश के लिए खतरनाक गल है, नुकसान है। सो मैं कहना चाहूँगा कि श्रोमणी अकाली दल ने हमेशा देश के गरीब लोगों वास्ते, साडे गुरु साहिबान ने कहा कि हमेशा गरीब के हक च जुल्म के खिलाफ खड़ो। ਅਸੀਂ ਸਾਰੇ ਉੱਥੇ ਇਸ ਕਰਕੇ ਨਾਲ ਆਇਆ। ਬੇਰਾਲ ਸਾਹਿਬ, ਕਿਵੇਂ ਦੇਖਦੇ ਹੋ, ਹਮੇਸ਼ਾ ਪਿਛਲੇ ਕੁਝ ਸਮੇਂ ਤੋਂ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਮਾਈਨੋਰਿਟੀ ਹੈ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਲੱਗਦਾ ਹੈ ਕਿ ਇਹ ਵੀ ਉਸੇ ਦਾ ਇੱਕ ਐਗਜ਼ਾਮਪਲ ਹੈ। ਦੇਖੋ, ਦੁੱਖ ਦੀ ਗੱਲ ਹੈਗੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਗਲਤ ਮਾਈਨੋਰਿਟੀ ਦੀ ਕਰਦੇ ਨੇ, ਲੇਕਿਨ ਉਹਨਾਂ ਦੇ ਰਾਜ ਵਿੱਚ ਇੱਕ ਚਰਚ ਇਸ ਤਰ੍ਹਾਂ ਢਾਹ ਦਿੱਤਾ ਜਾਵੇ, ਇਸ ਤੋਂ ਵੱਡਾ ਧੱਕਾ ਨਹੀਂ ਹੋ ਸਕਦਾ। ਅੱਜ ਕੇਜਰੀਵਾਲ ਜੀ ਨੇ ਅਪਰੂਵ ਕਰਤਾ ਹੈ ਕਿ ਉਹ BJP ਦੀ B ਟੀਮ ਨੇ। कभी कोई बहाना, कभी कोई बहाना। ਹੁਣ ਕਹਿ ਰਹੇ ਨੇ ਕਿ ਇਹਨਾਂ ਨੂੰ ਨਵਾਂ ਚਰਚ ਬਣਾ ਦੇਣਗੇ, ਤੇ ਜੇ ਨਵਾਂ ਚਰਚ ਬਣਾਉਣਾ ਹੀ ਸੀ ਤੇ ਪਹਿਲੇ ਇਹਨਾਂ ਨਾਲ ਕਿਉਂ ਨਹੀਂ ਸਲਾਹ ਮਸ਼ਵਰਾ ਕੀਤਾ? ਪਹਿਲੇ ਕਿਉਂ ਨਹੀਂ ਚਰਚ ਬਣਾਇਆ? ਇਹਨਾਂ ਦੀ ਸਾਰੀ ਤੁਸੀਂ ਦੇਖ ਰਹੇ ਹੋ, ਜੀਸਸ ਕ੍ਰਾਈਸਟ ਦੀ ਮੂਰਤੀਆਂ, ਹੋਰ ਮੂਰਤੀਆਂ ਸਾਰੀ ਤੋੜਤੀਆਂ ਗਈਆਂ। ਇਹ ਤਾਂ ਬਹੁਤ ਵੱਡਾ ਧੱਕਾ ਹੈ ਇੱਕ ਸੈਕੂਲਰ ਮੁਲਕ ਦੇ ਅੰਦਰ। ਤੇ ਅੱਜ ਦਿੱਲੀ ਸਰਕਾਰ ਦਾ, ਆਪ ਪਾਰਟੀ ਦਾ, ਕੇਜਰੀਵਾਲ ਜੀ ਦਾ ਜੋ ਸਹੀ ਮੁੱਖ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ। ਤੁਸੀਂ ਇਸ ਮਾਮਲੇ ਨੂੰ ਪਾਰਲੀਮੈਂਟ ਚੱਕਣ ਜਾ ਰਹੇ ਹੋ? ਜ਼ਰੂਰ ਚੱਕਾਂਗੇ, ਪਾਰਲੀਮੈਂਟ ਵਿੱਚ ਬੜੇ ਜ਼ੋਰ ਨਾਲ ਚੱਕਾਂਗੇ, ਕਿਉਂਕਿ ਇਹੋ ਜਿਹਾ ਧੱਕਾ ਖਾਸ ਕਰ ਕਿਸੇ ਮਾਈਨੋਰਿਟੀ ਨਾਲ ਹੋਵੇ, ਇਹ ਸ਼੍ਰੋਮਣੀ ਅਕਾਲੀ ਦਲ ਕਦੀ ਬਰਦਾਸ਼ਤ ਨਹੀਂ ਕਰ ਸਕਦਾ। ਚੰਦੂ ਮਾਜਰਾ ਸਾਹਿਬ, ਕਿਵੇਂ ਦੇਖਦੇ ਹੋ ਜਦੋਂ ਪੰਜਾਬ ਦੇ ਵਿੱਚ ਜਾ ਕੇ ਗੱਲ ਕੀਤੀ ਹੈ, ਜਿਵੇਂ ਕਿ ਗੁਜਰਾਲ ਸਾਹਿਬ ਕਹਿ ਰਹੇ ਨੇ ਕਿ ਉੱਥੇ ਜਾ ਕੇ ਗੱਲ ਇਹ ਕੀਤੀ ਜਾਂਦੀ ਹੈ, ਇੱਥੇ ਚਿਹਰਾ ਦੂਸਰਾ ਹੈ? ਦੇਖੋ, ਵੈਸੇ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਦੋਗਲਾ ਹਮੇਸ਼ਾ ਹੀ ਰਿਹਾ, ਪਰ ਇਹ ਤਾਂ ਜਗ ਜ਼ਾਹਰ ਹੋ ਗਿਆ ਵੀ ਮਿਨੋਰਟੀ ਕਮਿਊਨਿਟੀ ਦਾ ਇੱਕ ਧਾਰਮਿਕ ਸਥਾਨ ਹੋਵੇ ਤੇ ਉਹਦੀ ਸਰਕਾਰ ਵੱਲੋਂ ਉਹਨੂੰ ਗਿਰਾ ਦਿੱਤਾ ਜਾਵੇ, ਔਰ ਗ੍ਰਾਮ ਸਭਾ ਵੱਲੋਂ ਅਲਾਟ ਕੀਤੀ ਜ਼ਮੀਨ ਜਿਹੜੀ ਕਿਸੇ ਦੇ ਨਾਂ ਤੇ ਹੋਈ ਸੀ ਉਹ ਤੋਂ ਇਹਨਾਂ ਨੇ ਲਈ ਸੀ ਤੇ ਉੱਥੇ ਚਰਚ ਬਣਾਇਆ ਸੀ। ਚਰਚ ਗਿਰਾਈ ਉਹ ਨਹੀਂ ਗਈ, ਬਲਕਿ ਇਹਨਾਂ ਦਾ ਜਿਹੜਾ ਪਵਿੱਤਰ ਧਾਰਮਿਕ ਗ੍ਰੰਥ ਆ ਉਹ ਦੇਖੋ ਡਿਮੋਲਿਸ਼ ਕਿਵੇਂ ਕੀਤਾ ਪਿਆ। ਇਹ ਇੱਕ ਹਰ ਧਰਮ ਆਪਣੀ ਆਪਣੀ ਵਿਸ਼ਵਾਸ ਰੱਖਦਾ, ਆਸਥਾ ਰੱਖਦਾ, ਇਹ ਮੂਰਤੀ 'ਚ ਵਿਸ਼ਵਾਸ ਰੱਖਦੇ ਨੇ। ਇਹ ਜਿਹੜੀਆਂ ਜੀਸਸ ਕ੍ਰਾਈਸਟ ਦੀਆਂ ਮੂਰਤੀਆਂ ਸੀ ਉਹ ਵੀ ਡਿਮੋਲਿਸ਼ ਕਰਤੀਆਂ ਇਹਨਾਂ ਨੇ। ਔਰ ਵੱਡੇ ਦੁੱਖ ਦੀ ਗੱਲ ਇਹ ਆ ਵੀ ਕੇਜਰੀਵਾਲ ਸਾਹਿਬ ਜਿਸ ਹਿਸਾਬ ਦੀ ਇਹ ਐਂਟੀ ਮਿਨੋਰਟੀ ਪੋਲਿਟਿਕਸ ਕਰ ਰਹੇ ਨੇ, ਇਹਦੇ ਨਾਲ ਮੈਂ ਸਮਝਦਾ ਦੇਸ਼ ਦੇ ਵਿੱਚ ਜਿਹੜਾ ਸੈਕੂਲਰਿਜ਼ਮ ਆ ਉਹ ਖਤਰੇ 'ਚ ਚਲਿਆ ਜਾਂਦਾ, ਔਰ ਦੇਸ਼ ਦੇ ਵਿੱਚ ਜਿਹੜੀਆਂ ਇਹ ਅੱਡ-ਅੱਡ ਧਰਮ, ਅੱਡ-ਅੱਡ ਭਾਸ਼ਾਵਾਂ, ਅੱਡ-ਅੱਡ ਸੱਭਿਆਚਾਰ, ਉਹਨੂੰ ਖਤਰਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੈਕੂਲਰਿਜ਼ਮ ਦੀ ਗੱਲ ਕਰਦਾ। ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰਦਾ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਮੁਲਕ ਦੇ ਵਿੱਚ ਅੱਡ-ਅੱਡ ਧਰਮ, ਅੱਡ-ਅੱਡ ਭਾਸ਼ਾਵਾਂ, ਅੱਡ-ਅੱਡ ਸੱਭਿਆਚਾਰ ਲਈ ਆਪਣੀ ਬਲੀਦਾਨ ਦਿੱਤਾ। ਤੇ ਅੱਜ ਇਸ ਮੁਲਕ ਦੇ ਵਿੱਚ ਜੇ ਕਿਸੇ ਵੀ ਧਰਮ ਤੇ, ਕਿਸੇ ਵੀ ਮਿਨੋਰਟੀ ਤੇ ਹਮਲਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੀੜਾ ਹੁੰਦੀ ਆ। ਸੋ ਅਸੀਂ ਅੱਜ ਮਹਿਸੂਸ ਕਰਦੇ ਹਾਂ ਕਿ ਕੇਜਰੀਵਾਲ ਸਾਹਿਬ ਦੀ ਸਰਕਾਰ ਵੱਲੋਂ ਜੋ ਇਹ ਇੱਕ ਮਿਨੋਰਟੀ ਨਾਲ ਧੱਕਾ ਹੋਇਆ, ਉਹਨਾਂ ਦੇ ਧਰਮ ਸਥਾਨ ਨੂੰ ਗਿਰਾਇਆ ਗਿਆ, ਉਹਨਾਂ ਦੀਆਂ ਭਾਵਨਾਵਾਂ ਨੂੰ ਕੁਚਲਿਆ ਗਿਆ, ਉਹਦੇ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ, ਔਰ ਇਹ ਧਰਮ ਸਥਾਨ ਨੂੰ ਮੁੜ ਕੇ ਬਣਾਉਣਾ ਚਾਹੀਦਾ। ਇਹਦੇ ਲਈ ਨਹੀਂ ਤਾਂ ਘੱਟ ਗਿਣਤੀਆਂ ਉਹਦੇ ਵਿਰੁੱਧ ਬਹੁਤ ਜ਼ੋਰਦਾਰ ਆਵਾਜ਼ ਉਠਾਉਣਗੀਆਂ। ਪਹਿਲਾਂ ਵੀ ਇਹਨਾਂ ਨੇ ਗੁਰੂ ਆਪਣਾ ਜਿਹੜਾ ਸੰਵਿਧਾਨ ਆ, ਸੰਵਿਧਾਨ ਦੇ ਉਲਟ ਵੀ ਇਹਨਾਂ ਦੇ ਇੱਕ ਮੈਂਬਰ ਨੇ ਗਗਨ ਮਾਨ ਜੀ ਨੇ ਬਿਆਨ ਦਿੱਤਾ ਸੀ
ਅੱਜ ਬਹੁਤ ਸਾਰੇ ਦਲਿਤ ਭਾਈਚਾਰੇ ਦੇ ਵਿੱਚ ਉਹਦਾ ਬੜਾ ਰੋਸ ਆ ਤੇ ਹੁਣ ਚਰਚ ਢਾਤਾ, ਹੁਣ ਹੋਰ ਰੋਸ ਵਧੇਗਾ। ਸੋ ਇਸ ਤਰ੍ਹਾਂ ਦੀ ਜਿਹੜੀ ਧਰਮ ਘੱਟ ਗਿਣਤੀਆਂ ਜਿਹੜੀਆਂ ਨੇ ਉਹਨਾਂ ਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਦਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਖੜੇਗਾ। पहले अपना नाम बता दीजिए। मेरा नाम रवि बच्चन है, मैं चर्च का ट्रस्टी हूँ। आप ट्रस्टी होने के नाते कब से यहाँ पर चर्च है और क्या दिक्कत जो है वो आई है? 15 साल से हमारा चर्च यहाँ पे चल रहा है विदाउट एनी प्रॉब्लम। अराउंड 450 फैमिलीज मेंबर्स ऑफ दिस चर्च और 2000 का आसपास फॉलोवर्स भी है। यहाँ से स्मूथ चल रहा था, कोई प्रॉब्लम नहीं था। मगर लास्ट फ्राइडे वो एक नोटिस हमारा दीवार पे चिपका दिया शाम को। उसके बाद सेकंड सैटरडे संडे आ रहा था और मंडे सुबह सुबह उन लोग आके ये चर्च डिमोलिश कर दिया था। लेकिन इस पर कोई केस चल रहा था या फिर मतलब बिना नोटिस के आपको तोड़ दिया गया है? यहाँ कोई केस ऐसा कुछ है नहीं था, हमारा चर्च का ऊपर कोई केस नहीं चल रहा था। वो पहले ये पूरा कॉलोनी का बारे में एक डिमोलिशन का ड्राइव चल रहा था। उस टाइम एक हाई कोर्ट में कोर्ट ऑर्डर था। वो कोर्ट ऑर्डर के हिसाब से वो स्टेटस को मेंटेन करने के लिए ऑर्डर था। उसी वजह से हमने ये कच्चा कंस्ट्रक्शन किया हुआ था, पक्का कंस्ट्रक्शन नहीं किया हुआ था। एंड इन बिटवीन थोड़ा लोकल से यहाँ प्रॉब्लम हो रहा था और एक 2014 में एक डेमोलिशन के लिए हमारा चर्च तोड़ने के लिए आया था। तब हम NHRC में गया था, नेशनल ह्यूमन राइट्स कमीशन में। तब वहीं से भी एक इंट्रीम ऑर्डर हमारे को मिला हुआ था। इंट्रीम ऑर्डर नहीं, जजमेंट मिला हुआ था। जब ये चर्च अकेले तोड़ने के लिए नहीं करना चाहिए था और अगर कोई पूरा कॉलोनी डिमोलिश करेगा तब वो भी डिमोलिश करने का वैसे टारगेटेड अटैक नहीं करना चाहिए। पिक एंड चूज वाला जो करने का मौका नहीं देखा, उसको बोल के एक ऑर्डर था। क्योंकि मैं ये देख रहा हूँ कि बगल में भी एक चर्च है, आपका भी एक चर्च है, उसको ये पूरा एरिया में इंस्टीट्यूशनल है। चर्च भी है, मंदिर भी है, मस्जिद भी है, सिख धर्मों का है, जैन मंदिर का भी है, सब कुछ है। इसको लेकर कोई सरकार से बातचीत की आपने? अभी कुछ बातचीत नहीं किया हुआ है, अभी हम कार्रवाई शुरू करेगा। आज अकाली दल का डेलीगेशन पहुंचा है, आपने अपनी बात रखी उनके सामने सारी? इसके सामने सारा रख लिया हमने। ये पार्लियामेंट में मुद्दा उठाएगा, हमारा सपोर्ट करेगा। थैंक यू। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।